अस्सलाम वालेकुम की हाल है मित्र प्यारे ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰ ਪਿਆਰਿਓ ਪਾਰਟੀਸ਼ਨ ਦੇ ਹਵਾਲੇ ਦੇ ਨਾਲ ਅਸੀਂ ਬਹੁਤ ਸਾਰੀ ਵੀਡੀਓਜ਼ ਪਹਿਲੇ ਵੀ ਬਣਾਈਆਂ ਤੁਸੀਂ ਵੇਖੀਆਂ ਵੀ ਬਹੁਤ ਸਾਰੇ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅਸਲ 'ਚ ਆ ਗੱਲਬਾਤ ਕਰਨ ਦਾ ਮਕਸਦ ਆ ਹੁੰਦਾ ਹੈ ਕਿ ਸਾਨੂੰ ਅਸਲ ਹਕੀਕਤ ਦਾ ਵੀ ਪਤਾ ਲੱਗੇ ਕਿ ਜਦੋਂ ਪਾਕਿਸਤਾਨ ਤੇ ਇੰਡੀਆ ਇਕੱਠਾ ਸੀ ਪੰਜਾਬ ਇਕੱਠਾ ਹੀ ਸੀ ਚੜ੍ਹਦਾ ਤੇ ਲਹਿੰਦਾ ਪੰਜਾਬ ਉਦੋਂ ਅਸੀਂ ਕਿਵੇਂ ਰਹਿੰਦੇ ਸੀ ਉਦੋਂ ਰਹਿਤਲ ਕਿਵੇਂ ਸੀ ਹੁਣ ਉਹਦੇ ਵਿੱਚ ਕੀ ਚੇਂਜਿੰਗ ਆਈ ਹੈ ਤੇ ਨਾਲੇ ਸਾਡੇ ਕੋਲੇ ਹੁਣ ਟਾਵੇਂ ਬਜ਼ੁਰਗ ਰਹਿ ਗਏ ਨੇ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਦੇ ਸਨ ਅਸੀਂ ਇਹ ਚਾਹੁੰਦੇ ਆ ਇਸ ਵੇਲੇ ਨੂੰ ਅਸੀਂ ਆਪਣੇ ਕੈਮਰੇ ਦੇ ਵਿੱਚ ਕੈਦ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਆਹ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਉਹ ਹਯਾਤੀ ਹੰਡਾਈ ਹੈ ਜਦੋਂ ਬੜੇ ਸਾਦਾ ਦੌਰ ਸੀ ਔਰ ਨਾ ਉਦੋਂ ਕੋਈ ਮਜ਼ਹਬ ਦਾ ਏਡਾ ਰੌਲਾ ਸੀ ਸਿੱਖ ਹਿੰਦੂ ਮੁਸਲਮਾਨ ਸਾਰੇ ਆਪਸ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਬਜ਼ੁਰਗਾਂ ਨੂੰ ਅਸੀਂ ਆਪਦੇ ਕੈਮਰੇ ਵਿੱਚ ਕੈਦ ਕਰੀਏ ਤਾਂ ਜੇ ਅਸੀਂ ਤਾਂ ਹਯਾਤੀ ਕਿਆਮਤ ਤੱਕ ਉਹ ਚੀਜ਼ਾਂ ਸਾਡੇ ਸਾਹਮਣੇ ਰਹਿਣ ਔਰ ਸਾਨੂੰ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਜਦੋਂ ਇਕੱਠਾ ਸੀ ਉਦੋਂ ਕਿਵੇਂ ਹੱਸਦਾ ਖੇਡਦਾ ਸੀ ਇੰਜ ਦੇ ਹੀ ਸਾਡੇ ਨਾਲ ਇੱਕ ਬਜ਼ੁਰਗ ਅੱਜ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ अस्सलाम वालेकुम जी वालेकुम अस्सलाम की हाल है जी ठीक अल्हम्दुलिल्लाह ਬਜ਼ੁਰਗੋ ਜਦੋਂ ਪਾਕਿਸਤਾਨ ਦੀ ਜਾਂ ਪੰਜਾਬ ਦੀ ਵੰਡ ਹੋਈ ਹੈ ਅਸਲ 'ਚ ਵੰਡ ਦੇ ਪੰਜਾਬ ਦੀ ਹੀ ਹੋਈ ਹੈ ਬਾਕੀ ਸਾਰੇ ਇਲਾਕੇ ਤੇ ਆਪਣੀ ਆਪਣੀ ਥਾਂ ਤੇ ਉੱਥੇ ਹੀ ਨੇ ਜਦੋਂ ਪੰਜਾਬ ਦੀ ਵੰਡ ਹੋਈ ਹੈ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਜੀ ਮੈਂ ਸਨ 20 ਦਾ ਹੀ ਮੇਰੀ ਪੈਦਾਇਸ਼ ਹੈ ਮਾਸ਼ਾਅੱਲਾ ਤੇ ਮੈਂ ਪਾਕਿਸਤਾਨ ਵੰਡ ਤੋਂ ਕੋਈ 12 ਤੇ 13 ਸਾਲ ਪਹਿਲੋਂ ਮੈਂ ਇੱਥੇ ਆ ਗਿਆ ਤੁਸੀਂ ਪਾਰਟੀਸ਼ਨ ਤੋਂ ਪਹਿਲੇ ਹੀ ਇੱਥੇ ਆ ਗਏ ਸੀ ਅਸੀਂ ਇੱਥੇ ਆ ਗਏ ਮਾਸ਼ਾਅੱਲਾ ਸੁਰਤ ਵਾ ਪੂਰੀ ਸੁਰਤ ਸੀਗੀ ਜਿਸ ਵੇਲੇ ਜਾੜੇ ਪਏ ਆ ਆਉਂਦੇ ਆ ਬੰਦੇ ਜਿਵੇਂ ਮਰਦੇ ਸੀ ਉਹ ਸ਼ਹੀਦ ਹੁੰਦੇ ਸੀ ਖੂਨ ਦੇ ਵਿੱਚੋਂ ਪਾਣੀ ਪੀਂਦੇ ਸੀ ਉਹ ਸਾਰਾ ਅੱਖੀਂ ਦੇਖਿਆ ਹੋਇਆ ਤੇ ਉੱਥੇ ਆਪਣਾ ਕਿਹੜਾ ਇਲਾਕਾ ਸੀ ਸ਼ੇਰਪੁਰ ਪਿੰਡ ਸੀ ਅੱਛਾ ਸ਼ੇਰਪੁਰ ਸਾਹਿਬਾ ਤਹਿਸੀਲ ਜ਼ੀਰਾ ਸੀ ਤੇ ਫਿਰੋਜ਼ਪੁਰ ਜ਼ਿਲ੍ਹਾ ਸੀ ਫਿਰੋਜ਼ਪੁਰ ਸੀ ਜ਼ਿਲ੍ਹਾ ਸਹੀ ਹੈ ਤੇ ਬਾਕੀ ਜਿਹੜਾ ਹੈਗਾ ਸੀ ਆਉਣ ਜਾਣ ਸਾਰਾ ਸੀਗਾ ਕੋਈ ਇਸ ਤਰ੍ਹਾਂ ਹੀ ਵਸਦੇ ਸੀਗੇ ਜਿਸ ਤਰ੍ਹਾਂ ਅਸੀਂ ਇੱਥੇ ਵਸਦੇ ਉੱਥੇ ਸਾਰੇ ਇੱਕੋ ਤਰ੍ਹਾਂ ਵਸਦੇ ਸੀਗੇ ਕੋਈ ਨਾ ਉੱਥੇ ਕੋਈ ਕਿਸੇ ਨੂੰ ਸਾਈ ਕਹਿੰਦਾ ਸੀ ਨਾ ਕਿਸੇ ਨੂੰ ਕੋਈ ਜੋੜਾ ਕਹਿੰਦਾ ਸੀ ਕੋਈ ਨਹੀਂ ਸੀ ਕਹਿੰਦਾ ਸਭ ਇੱਕੋ ਹੀ ਭਰਾ ਵਸਦੇ ਸੀ ਜਿਸ ਤਰ੍ਹਾਂ ਅਸੀਂ ਇੱਕ ਮਾਂ ਦੇ ਪੇਟ ਚੋਂ ਇਸੇ ਤਰ੍ਹਾਂ ਹੀ ਵਸਦੇ ਸੀਗੇ ਇਸ ਵੇਲੇ ਮੈਂ ਇੱਧਰ ਆ ਗਿਆ ਤੇ ਉਹ ਤੁਹਾਡਾ ਜਿਹੜਾ ਪਿੰਡ ਸੀਗਾ ਉਸ ਪਿੰਡ ਦੇ ਵਿੱਚ ਜ਼ਿਆਦਾ ਕਿਹੜੇ ਲੋਕ ਬੈਠੇ ਸੀ ਮੁਸਲਮਾਨ ਸੀ ਸਿੱਖ ਸੀ ਜਾਂ ਹੋਰ ਵੀ ਬਰਾਦਰੀਆਂ ਬੈਠੀਆਂ ਸਾਰੇ ਰਲੇ ਮਿਲੇ ਸੀ ਅੱਛਾ ਕੋਈ ਐਸਾ ਨਹੀਂ ਸੀਗਾ ਵੀ ਜਿਹੜਾ ਕਿਸੇ ਦੀ ਕੋਈ ਵੰਡ ਕਰਦਾ ਹਾਏ ਕੋਈ ਨਹੀਂ ਸੀ ਕਿਸੇ ਨੂੰ ਕਹਿੰਦਾ ਵੀ ਆਹ ਇਹ ਤੇ ਜਿਸ ਵੇਲੇ ਬਣਿਆ ਵਾ ਬਾਅਦ ਦੇ ਵਿੱਚ ਜਿਹੜੇ ਆਏ ਆ ਉਹਨਾਂ ਨੇ ਦੱਸਿਆ ਕਿ ਉੱਥੇ ਉਹਨਾਂ ਨੇ ਉਹੋ ਹੀ ਜਿਹੜੇ ਸਾਡੇ ਗੁਆਂਢੀ ਸੀ ਉਹਨਾਂ ਨੇ ਹੀ ਉਹਨਾਂ ਨੂੰ ਕਿਹਾ ਜਿਹੜਾ ਜਰਨਲ ਸੀਗਾ ਉਹਨੇ ਫਿਰ ਉਹ ਜਿਹੜਾ ਨਾ ਸੰਭਾਲਿਆ ਜਰਨਲ ਨੇ ਫੌਜਾਂ ਕੱਢੀਆਂ ਵਿੱਚੋਂ ਬੰਦੇ ਜਿਹੜੇ ਨਾ ਉਹ ਬਾਹਰ ਪਾਕਿਸਤਾਨ ਨੂੰ ਕੱਢੇ ਤੇ ਬਾਕੀ ਜਿਹੜੇ ਸੀਗੇ ਉਹ ਸਾਰੇ ਹੀ ਦੁਸ਼ਮਣ ਬਣ ਗਏ ਆਪਣੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਕੱਠਿਆਂ ਬਹਿ ਕੇ ਖਾਂਦੇ ਰਹੇ ਉਹੀ ਜਾਣ ਦੇ ਦੁਸ਼ਮਣ ਉਹ ਵੇਲਾ ਜਦੋਂ ਤੁਸੀਂ ਵੇਖਦੇ ਹੋ ਕਿ ਆਪਣੇ ਪਿੰਡ ਦੇ ਵਿੱਚ ਤੁਸੀਂ ਉੱਥੇ ਕੀ ਕਰਦੇ ਵਾਈ ਬੀਜੀ ਕਰਦੇ ਸੀ ਉੱਥੇ ਵਾਈ ਬੀਜੀ ਕਰਦੇ ਸੀ ਅੱਛਾ ਤੇ ਉਹ ਆਪਦਾ ਪਿੰਡ ਜਿਹੜਾ ਹੈ ਉਹ ਗ੍ਰਾਂ ਯਾਦ ਆਉਂਦਾ ਬੜਾ ਯਾਦ ਆਉਂਦਾ ਅਜੇ ਵੀ ਜੇ ਉੱਥੇ ਜਾਈਏ ਤੇ ਅਸੀਂ ਜਗ੍ਹਾ ਪਛਾਣ ਸਕਦੇ ਹਾਂ ਇਨਸ਼ਾਅੱਲਾ ਉਹਦੀ ਜ਼ਮੀਨ ਪਛਾਣ ਸਕਦੇ ਹਾਂ ਹਰ ਇੱਕ ਸ਼ੈ ਵੇਖ ਸਕਦੇ ਹਾਂ ਜਿਹੜਾ ਹੈਗਾ ਸਾਡੇ ਪਾਸੇ ਦੀ ਜਿੱਦਾਂ ਸੜਕਾਂ ਸੀ ਉਹ ਵੀ ਮੈਂ ਪਛਾਣ ਸਕਦਾ ਇਨਸ਼ਾਅੱਲਾ ਕਿਉਂਕਿ ਉਸ ਵੇਲੇ ਸੁਰਤ ਸੀ ਇਹ ਨਹੀਂ ਸੀ ਮੈਂ ਛੋਟਾ ਸੀ ਕਿ ਬਹੁਤ ਠੀਕ ਸੀਗਾ ਜਦੋਂ ਹੁਣ ਹੈ ਸੀ ਜਿੰਨਾ ਇਹ ਮੁੰਡਾ ਵਾ ਇਸ ਤੋਂ ਜਿਹੜਾ ਛੋਟਾ ਹੋਊਗਾ ਤੇ ਇਨਸ਼ਾਅੱਲਾ ਸਾਰਾ ਸਭ ਕੁਝ ਹੀ ਪਛਾਣ ਸਕਦੇ ਆ ਪਰ ਪਿੰਡ ਦੇ ਵਿੱਚ ਖੂਹ ਹੁੰਦਾ ਹੋਣਾ ਉਹ ਖੂਹ ਯਾਦ ਹੈ ਵਿਚਾਲੇ ਖੂਹ ਸੀਗਾ ਥੜੇ ਬਣੇ ਹੋਏ ਸੀ ਜਿੱਥੇ ਬਹਿ ਕੇ ਆਪਣੀ ਮਹਿਫਿਲ ਕਰਦੇ ਸੀ ਸਾਰੇ ਸਭ ਕੁਝ ਬਣਿਆ ਹੋਇਆ ਸੀ ਉਹ ਵੀ ਉਸੇ ਥੜੇ ਤੇ ਬਹਿ ਕੇ ਕਰਦੇ ਸੀ ਤੇ ਮੁਸਲਮਾਨ ਵੀ ਉੱਥੇ ਬਹਿ ਕੇ ਸਾਰਾ ਸਭ ਕੁਝ ਕਰਦੇ ਸੀ ਸ਼ਾਦੀ ਤੁਹਾਡੀ ਇੱਥੇ ਆਣ ਕੇ ਹੋਈ ਹੈ ਸ਼ਾਦੀ ਮੇਰੀ ਇੱਥੇ ਅੱਛਾ ਉੱਥੋਂ ਜਿਹੜੇ ਸਾਡੇ ਤੋਂ ਬਾਅਦ ਆਏ ਆ ਨਾ ਉਹਨਾਂ ਨੇ ਹੀ ਆ ਕੇ ਸਾਰਾ ਦੱਸਿਆ ਵੀ ਇਸ ਤਰ੍ਹਾਂ ਜਾੜਾ ਪਿਆ ਵਾ ਅਸੀਂ ਇਸ ਤਰ੍ਹਾਂ ਖੂਨ ਦਾ ਪਾਣੀ ਪੀਂਦੇ ਰਹੇ ਆ
ਤੇ ਉਹਨਾਂ ਦੇ ਸ਼ਾਦੀ ਹੋਈ ਹੈ, ਜਿਹਦੇ ਨਾਲ ਮੇਰੀ ਸ਼ਾਦੀ ਹੋਈ ਸੀਗੀ, ਉਹਦੀ ਪੈਦਾਇਸ਼ ਜੋ ਵੀ ਉਹ ਵੀ ਉਧਰ ਦੀ ਸੀ। ਅੱਛਾ ਅੱਛਾ ਅੱਛਾ। ਤੇ ਹੋਰ ਫਿਰ ਜਿਹੜਾ ਹੈਗਾ ਵਾ ਕਿ ਉਹ ਬਾਅਦ ਦੇ ਵਿੱਚ ਫਿਰ ਸਾਡੀ ਸ਼ਾਦੀ ਇੱਥੇ ਆ ਗਈ ਹੋਈ ਹੈ। ਤੇ ਉਹ ਪਿੰਡ ਦਾ ਨੰਬਰਦਾਰ ਸੀ ਜਿਹੜਾ, ਉਹ ਮੁਸਲਮਾਨ ਸੀ ਕਿ ਸਿੱਖ ਸੀ ਤੁਹਾਡੇ ਪਿੰਡ ਦਾ ਜਿੱਥੇ ਤੁਸੀਂ ਰਹਿੰਦੇ ਰਹੇ ਹੋ? ਉਹ ਮੁਸਲਮਾਨ ਵੀ ਸੀ, ਵਿੱਚ ਦੂਸਰੇ ਸੀਗੇ ਜੀ, ਇਸ ਤਰ੍ਹਾਂ ਵੀ ਡਾਲ ਕੇ। ਅੱਛਾ, ਤੇ ਘਰ ਜਿਹੜਾ ਤੁਹਾਡਾ, ਜਿੱਥੇ ਤੁਹਾਡਾ ਘਰ ਸੀਗਾ, ਉਹ ਯਾਦ ਹੈ ਕਿ ਉਹ ਕਿੰਨੇ ਉਹਦੇ ਚ ਕਮਰੇ ਸੀ, ਤੇ ਉਹ ਹਵੇਲੀ ਜਾਂ ਉਹ ਸਾਰੀਆਂ? ਨਹੀਂ, ਹਵੇਲੀ ਵਿੱਚ ਛੋਟਾ ਹੀ ਮਕਾਨ ਸੀਗਾ, ਤੇ ਸਾਡਾ ਵਾਲਦ ਜਿਹੜਾ ਸੀ ਨਾ ਉਹ ਇੱਧਰ ਹੀ ਕੰਮ ਕਰਦਾ ਸੀ। ਅੱਛਾ ਅੱਛਾ। ਬੂਰੇ ਸ਼ਹਿਰ ਦੇ ਵਿੱਚ ਹੀ ਉਹ ਕੰਮ ਕਰਦਾ ਸੀਗਾ। ਤੇ ਮੈਂ 2-3 ਵਾਰੀ ਜਾੜੇ ਤੋਂ ਪਹਿਲਾਂ ਵੀ ਜਿੱਧਰ ਇੱਧਰ ਆਉਣ ਤੋਂ 3-4 ਵਾਰੀ ਆਇਆ ਇੱਧਰ, ਇੱਥੋਂ ਪੈਸੇ ਲੈ ਕੇ ਤੇ ਵਾਪਸ ਚਲੇ ਜਾਣਾ। ਅੱਛਾ ਅੱਛਾ। ਵਾਪਸ ਜਾ ਕੇ ਘਰੇ ਉਹਦੇ ਖਰਚਣੇ ਕਰਾਉਣੇ, ਜਦੋਂ ਕਿਤੇ ਜ਼ਰੂਰਤ ਹੋਣੀ ਪਿਓ ਨੂੰ ਖਤ ਪਾ ਦੇਣਾ, ਉਹਨਾਂ ਨੇ ਪੈਸੇ ਭੇਜ। ਬੱਸਾਂ ਤੇ ਆਉਂਦੇ ਸੀ ਇਹ ਗੱਡੇ ਗੁੱਡੇ ਦੇ ਘਰ ਤੇ? ਬੱਸਾਂ ਤੇ ਉਦੋਂ ਆਮ ਗੱਡੇ ਚੱਲਦੇ ਸੀਗੇ, ਉਹ ਤੇ ਜਦੋਂ ਅੱਡਿਆਂ ਤੱਕ ਜਿਹੜਾ ਗੱਡਿਆਂ ਤੇ ਚਲੇ ਜਾਂਦੇ ਸੀ, ਵਿਆਹ ਸ਼ਾਦੀਆਂ ਕਰਦੇ ਸੀ, ਗੱਡਿਆਂ ਤੇ ਹੀ ਸਾਰਾ ਸਭ ਕੁਝ ਜਾਂਦਾ ਸੀਗਾ। ਉਦੋਂ ਬੱਸਾਂ ਜਿਹੜੀਆਂ ਚੱਕਾਂ 'ਚ ਨਹੀਂ ਸੀ ਜਾਂਦੀਆਂ। ਹੁਣ ਸਾਡਾ ਚੱਕ ਇੱਥੇ, ਸਾਡੇ ਚੱਕ 'ਚ ਬੱਸ ਨਹੀਂ ਸੀ ਆਉਂਦੀ। ਜੇ ਕਿਸੇ ਨੂੰ ਜਾ ਕੇ ਕੋਈ ਕਹਿੰਦਾ ਸੀ ਨਾ ਵੀ ਬੱਸ ਦੇ ਦੇ, ਉਹ ਕਹਿੰਦੇ ਸੀ ਅਸੀਂ ਉਸ ਚੱਕ ਦੇ ਵਿੱਚ ਨਹੀਂ ਜਾਣਾ। ਇੱਥੇ ਇੰਨੀ ਕੁ ਵੱਡੀ ਜਿਹੜੀ ਹੈਗੀ ਸੀਗੀ ਰੋਡ ਬੋਰਡ ਸੀਗੀ, ਰਾਹ 'ਚ ਅੜ ਜਾਂਦੀਆਂ ਸੀ, ਪਾਣੀ 4 ਫੇਰੇ ਦਾ ਗੰਦਾ, ਕਿਸੇ ਪਾਸਿਓਂ ਦੀ ਲੰਘਦਾ ਨਹੀਂ ਸੀਗਾ, ਤੇ ਸਾਰਾ ਸਭ ਕੁਝ ਹੀ ਹੁੰਦਾ ਸੀਗਾ। ਇਹ ਤੇ ਆ ਹੁਣ ਆ ਕੇ ਇਹਨਾਂ ਹਕੂਮਤਾਂ ਨੇ ਸਾਨੂੰ ਮਾਸ਼ਾਅੱਲਾ 4 ਚੁਫੇਰੇ ਦੀ, ਇੱਧਰ ਦੀ ਵੀ ਪੱਕੀ, ਇੱਧਰ ਦੀ ਵੀ ਪੱਕੀ, ਐਂ ਦੀ ਵੀ ਪੱਕੀ, ਇੱਧਰ ਦੀ ਵੀ ਪੱਕੀ, ਸਾਨੂੰ ਪੱਕੀਆਂ ਹੀ ਪੱਕੀਆਂ ਦੇ ਦਿਓ। ਹੁਣ ਤੇ ਇੱਕ ਬੱਸ ਨੂੰ ਜਾ ਕੇ ਕਹੋ ਤੇ 10 ਭਜਦੀਆਂ। ਸਹੀ ਕਹਿੰਦੇ ਹੋ। ਉਸ ਵੇਲੇ ਅਸੀਂ ਜਾ ਕੇ 10 ਨੂੰ ਕਹਿੰਦੇ ਸੀ ਤੇ ਇੱਕ ਨਹੀਂ ਸੀ ਆਉਂਦਾ। ਤੇ ਗੱਡਿਆਂ ਤੇ ਸਮਾਨ ਅਸੀਂ ਜੋ ਬੂਰਿਓਂ ਜਾ ਕੇ ਗੱਡਿਆਂ ਤੇ ਸਮਾਨ ਲਿਆਉਂਦੇ ਸੀ ਜਿਹੜੇ ਸ਼ਾਦੀ ਕਰਦੇ ਸੀ। ਅੱਛਾ ਅੱਛਾ ਅੱਛਾ। ਬੂਰੇ ਤੱਕ ਗੱਡੇ ਜਾਂਦੇ ਸੀਗੇ। ਆਹ ਮਸਜਿਦ ਅਸੀਂ ਬਣਾਈ ਆ, ਅਸੀਂ ਗੱਡਿਆਂ ਤੇ ਇੱਟਾਂ ਢੋ ਢੋ ਕੇ ਮਸਜਿਦ ਬਣਾਈ ਹੈ। ਅੱਛਾ ਅੱਛਾ ਅੱਛਾ। ਆਹ ਜਿਹੜੀ ਮਸਜਿਦ ਬਣਾਈ ਇਹਨੂੰ ਬਹੁਤ ਦੇਰ ਹੋ ਗਈ ਬਣੇ ਨੂੰ। ਕੋਈ ਉਧਰ ਦਾ ਤੁਹਾਡਾ ਕੋਈ ਸਿੱਖ ਬੇਲੀ ਜਿਹਦਾ ਨਾਂ ਯਾਦ ਹੋਵੇ ਤੁਹਾਨੂੰ? ਨਹੀਂ, ਉਸ ਵੇਲੇ ਬਣਾ ਕੋਈ ਪਛਾਣ ਹੀ ਕਰਦਾ ਸੀਗਾ। ਉਦਾਂ ਭਰਾ ਹੈਗੇ ਸੀਗੇ ਸਾਰੇ। ਬੇਲੀ ਤੇ ਉੱਥੇ ਹੋਣਗੇ ਨਾ, ਤੁਸੀਂ ਜ਼ਾਹਿਰ ਬਾਤ ਹੈ ਸੁਰਤ ਵਿੱਚ ਸੀ ਉਹਦੀ, ਉਦੋਂ ਤੁਸੀਂ ਸੁਰਤ ਵਿੱਚ ਸੀਗੇ, ਤੇ ਬੇਲੀ ਤੇ ਹੋਣਗੇ ਨਾ ਜਿਨ੍ਹਾਂ ਨਾਲ ਖੇਡਦੇ ਸੀ। ਕੀ ਖੇਡਾਂ ਖੇਡਦੇ ਸੀ ਉੱਥੇ? ਉੱਥੇ ਸ਼ੇਰਾ ਖੇਡਾਂ ਹੈ ਹੀ ਨਹੀਂ ਸੀਗੀਆਂ। ਹਾਂ, ਆ ਜਿਹੜੀਆਂ ਇੱਥੋਂ ਦੀਆਂ ਖੇਡਾਂ, ਉੱਥੇ ਖੇਡਾਂ ਕੋਈ ਉੱਥੇ ਕੋਈ ਤੇ ਹੋਏਗੀ, ਕੌਡੀ ਜਾਂ ਕੋਈ ਹੋਰ? ਆ ਸੀ ਗੁੱਲੀ ਡੰਡਾ ਖੇਡ ਲੈਂਦੇ ਸੀਗੇ, ਹੋਰ ਕੋਈ ਖੇਡ ਨਹੀਂ ਸੀਗੀ ਉੱਥੇ। ਅੱਛਾ। ਜਾਂ ਕਬੱਡੀ, ਘੋਲ। ਮਾਸ਼ਾਅੱਲਾ ਤੁਹਾਡੀ ਉਮਰ 100 ਤੋਂ ਉੱਤੇ ਹੋ ਗਈ ਹੈ, ਤੇ ਕੀ ਰਾਜ਼ ਕੀ ਹੈ? ਮਾਸ਼ਾਅੱਲਾ ਜੀ ਤਗੜੇ ਫਿਰਦੇ ਹੋ, ਚੰਗੇ ਭਲੇ, ਮਾਸ਼ਾਅੱਲਾ, ਨਜ਼ਰ ਨਾ ਲੱਗ ਜਾਏ। ਇਹ ਜੀ ਇਹ ਉਸ ਮੌਲ ਕੇ ਲਵਾ ਨਹੀਂ, ਖੁਰਾਕ ਦਾ ਵੀ ਤੇ ਅਸਰ ਹੁੰਦਾ ਨਾ, ਕੀ ਖਾਂਦੇ ਕੀ? ਖੁਰਾਕ ਹੈਗੀ ਆ ਜੀ, ਮੈਂ ਇਨਸ਼ਾਅੱਲਾ ਅੱਲਾਹ ਤਾਲਾ ਨੇ ਮੇਰੇ ਕੋਲੋਂ ਦੇਸੀ ਘਿਓ ਹੁਣ ਵੀ ਘਰੋਂ ਨਹੀਂ ਮੁਕਾਇਆ। ਮਾਸ਼ਾਅੱਲਾ। ਦੇਸੀ ਘਿਓ ਖਾਦਾ, ਰੱਜ ਕੇ ਖਾਦਾ ਵਾ। ਘਰ ਦੇ ਪਸ਼ੂ ਰੱਖੇ ਆ। ਉਦੋਂ 10 ਰੁਪਏ ਦੀ ਤਾਂ ਖਲ ਦੀ ਬੋਰੀ ਹੁੰਦੀ ਸੀ, 15 ਰੁਪਈਆਂ ਦੀ ਵਡੇਵਿਆਂ ਦੀ ਬੋਰੀ ਹੁੰਦੀ ਸੀ। ਤੇ ਮੱਝ ਘਰ ਦੀ ਸੀ, ਉਹ 2 ਕਿਲੋ ਦੁੱਧ ਦਿੰਦੀ ਸੀ, 1.5 ਕਿਲੋ ਘਿਓ ਨਿਕਲ ਆਉਂਦਾ ਸੀ। ਰੱਜ ਖਾਈਦਾ ਸੀਗਾ, ਉਹੋ ਹੀ ਖਾਦਾ ਹੁਣ ਤੱਕ। ਸਹੀ। ਤੇ ਹਜੇ ਵੀ ਘਿਓ ਤੇ ਤੇਲ ਜਿਹੜਾ ਹੈਗਾ ਵਾ ਨਾ, ਤੇਲ ਸਰਸੋਂ ਦਾ, ਇਹ ਮੇਰੇ ਜਿੰਨਾ ਕਿਸੇ ਜ਼ਿਮੀਦਾਰ ਨੇ ਪਸ਼ੂ ਨੂੰ ਨਹੀਂ ਦਿੱਤਾ ਹੋਣਾ ਜਿੰਨਾ ਮੈਂ ਤੇਲ ਪੀਤਾ। ਮੈਂ ਤਾਂ ਕੱਚਾ ਤੇਲ ਪੀ ਲਿਆ। ਅੱਛਾ। ਬੋਤਲ ਮੂੰਹ ਲਾ ਕੇ ਪੀ ਜਾਂਦੀ ਸੀ। ਕਦੇ ਨਹੀਂ ਸੀ ਇਹੋ ਜਿਹਾ, ਨਾ ਕਦੇ ਖਾਂਸੀ ਹੋਈ ਸੀ, ਨਾ ਕਦੇ ਆ ਦਖਲਾ ਹੋਇਆ ਸੀ ਵੀ ਆਹ ਤੇਲ ਪੀ ਕੇ ਉਹ ਹੋ ਗਿਆ, ਉਹ ਹੋ ਗਿਆ। ਕੋਈ ਸ਼ੈ ਨਹੀਂ ਸੀ ਕਦੇ ਹੋਈ। ਇਨਸ਼ਾਅੱਲਾ ਅੱਲਾਹ ਤਾਲਾ ਦਾ ਕਰਮ ਹੈਗਾ। ਮੇਰੇ ਕੱਪੜਿਆਂ ਚੋਂ ਅਜੇ ਵੀ ਗਰਮੀ ਹੈ ਤੇ ਮੈਂ ਧੁੱਪ 'ਚ ਨਹੀਂ ਬੈਠਾ ਜਾਂਦਾ। ਵਾਹ। ਜਦੋਂ ਪਸੀਨਾ ਨਿਕਲ ਆਉਂਦਾ ਤੇ ਮੇਰੇ ਆ ਜਿਹੜੇ ਥਾਂ ਹੈ ਇਹ ਤੇਲ ਦੇ ਨਾਲ ਕੱਪੜੇ ਭਿੱਜ ਜਾਂਦੇ। ਇੰਨਾ ਵਜੂਦ ਦੇ ਵਿੱਚੋਂ ਅਜੇ ਵੀ ਤਰੀ ਨਿਕਲਦੀ ਹੈ। ਵਾਹ। ਤੇ ਤੁਹਾਡਾ ਜਿਹੜਾ ਹੈ ਉਹ ਹਜੇ ਵੀ ਪਰਾਠੇ ਖਾਂਦੇ ਹੋ ਦੇਸੀ ਘਿਓ ਦੇ? ਇਨਸ਼ਾਅੱਲਾ। ਉਦੋਂ ਵੀ ਪਰੌਠਿਆਂ ਤੋਂ ਬਗੈਰ ਜ਼ਿੰਦਗੀ ਰੋਟੀ ਅੱਲਾਹ ਤਾਲਾ ਨੇ ਖਵਾਈ ਨਹੀਂ। ਵਾਹ ਜੀ। ਪਰੌਠੇ ਹੀ ਖਾਦੇ। ਹੁਣ ਵੀ ਤੜਕੇ ਪਰੌਠੇ ਖਾਈਦੇ ਆ ਦੇਸੀ ਘਿਓ ਦੇ। ਅੱਛਾ, ਤੇ ਆਹ ਦੱਸੋ ਕਿ ਜਦੋਂ ਉੱਥੋਂ ਉਜਾੜੇ ਪਏ ਲੋਕ ਇੱਥੇ ਆਏ, ਫਿਰ ਤੁਹਾਡੇ ਪਿੰਡ ਚੋਂ ਵੀ ਆਏ ਉੱਠ ਕੇ ਇੱਥੇ? ਹਾਂ, ਸਾਡੇ ਆ ਜਿੰਨਾ ਮਹੱਲਾ ਵਾ ਸਾਰਾ ਹੀ ਉੱਥੋਂ, ਸਾਡੇ ਤੋਂ ਬਾਅਦ ਉੱਥੋਂ ਆਇਆ। ਤੇ ਉਹਨਾਂ ਨੂੰ ਫਿਰ ਜਦੋਂ ਉਹਨਾਂ ਨੇ ਆਣ ਕੇ ਦੱਸਿਆ ਕਿ ਸਾਡੇ ਜੀਆਂ ਨਾਲ ਵੀ ਜ਼ੁਲਮ ਹੋਇਆ ਹੈ, ਸਾਡੇ ਭਰਾ ਭੈਣਾਂ ਭਰਾ ਰਾਸਤੇ ਵਿੱਚ ਕੋਈ ਸ਼ਹੀਦ ਵੀ ਹੋਏ, ਕੋਈਆਂ ਦੇ ਨਾਲ ਕੋਈ ਜ਼ਖਮੀ ਵੀ ਹੋਏ, ਪਾਣੀ ਦੀ ਕਿੱਲਤ, ਬਿਮਾਰ ਵੀ ਹੋਏ ਬਹੁਤ ਸਾਰੇ ਲੋਕ ਨਾ, ਤੇ ਉਹ ਫਿਰ ਜਦੋਂ ਇੱਥੇ ਆਏ ਨੇ ਫਿਰ ਉਹਨਾਂ ਨੂੰ ਕੀ ਮਹਿਸੂਸ ਹੋਇਆ ਇੱਥੇ ਆ ਕੇ?
ਇੱਥੇ ਆ ਕੇ ਜੀ ਆ ਹੁਣ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਇੱਥੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਜ਼ਮੀਨਾਂ ਇੱਥੇ ਸਾਡੀਆਂ ਆ ਗਈਆਂ। ਜ਼ਮੀਨਾਂ ਦੇ ਵਿੱਚ ਕਰਦੇ ਆ, ਉਦੋਂ ਦੇ ਖਾਂਦੇ ਪੀਂਦੇ ਆ ਸਾਰੇ ਜਿੰਨੇ ਹੈਗੇ ਆ। ਇਹ ਸਾਰਾ ਮਹੱਲਾ ਹੀ ਜਿਹੜਾ ਵਾ ਮੇਰਾ ਆਪਣਾ ਹੈ, ਮੇਰੇ ਮਾਮੇ ਤਾਏ ਚਾਚੇ ਸਾਰੇ ਹੀ ਆ। ਤੇ ਹਰ ਘਰ 'ਚ ਜਾਓ ਜਿੱਥੇ ਵੀ ਹੈਗਾ ਵਾ, ਕੋਈ ਕਿਸੇ ਦੀ ਪਛਾਣ ਨਹੀਂ ਗੀ ਵੀ ਇਹ ਕੌਣ ਹੈਗਾ ਵਾ, ਕੋਈ ਨਹੀਂ ਅਜੇ ਤੱਕ ਨਾ ਕਿਸੇ ਨੇ ਤੁਹਾਡੇ ਰਿਸ਼ਤੇਦਾਰਾਂ ਚੋਂ ਕੋਈ ਉਧਰ ਵੀ ਰਹਿ ਗਿਆ? ਕੋਈ ਐਸਾ ਰਿਸ਼ਤੇਦਾਰ ਹੋਵੇ ਜਿਹੜਾ ਕਹਿੰਦਾ ਵੇ ਕਿ ਅਸੀਂ ਉੱਥੇ ਨਹੀਂ ਜਾਣਾ, ਅਸੀਂ ਉੱਥੇ ਹੀ ਠੀਕ ਹਾਂ? ਨਹੀਂ, ਕੋਈ ਨਹੀਂ ਰਿਹਾ। ਸਾਰੇ ਇੱਧਰ ਆ ਗਏ? ਸਾਡੇ ਸਾਰੇ ਹੀ ਇੱਧਰ ਆਏ। ਤੁਹਾਡੇ ਵਡਕਿਆਂ ਦੀਆਂ ਸਾਰਿਆਂ ਦੀਆਂ ਕਬਰਾਂ ਇੱਥੇ ਹੀ ਨੇ? ਸਾਰਿਆਂ ਦੀਆਂ ਇੱਥੇ ਹੀ ਆ। ਹਾਂ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਉਧਰ ਜਿਹੜੇ ਸਾਡੇ ਕੋਈ ਫੌਤ ਹੋਇਆ ਸੀ ਨਾ, ਕੋਈ ਨਿੱਕਿਆਂ ਹੁੰਦਿਆਂ ਤਾਂ ਕੋਈ ਉਹ ਨਹੀਂ, ਤੇ ਸਾਡੇ ਜਿੰਨੇ ਹੈਗੇ ਆ ਸਾਰੇ ਹੀ ਇੱਥੇ ਫੌਤ ਹੋਏ ਆ। ਮੇਰੇ ਤੋਂ ਛੋਟੇ ਮੇਰੇ ਦੋ ਭਾਈ ਜਿਹੜੇ ਆ ਉਹ ਛੋਟੇ ਫੌਤ ਹੋਏ ਆ। ਵਾਲਦ ਫੌਤ ਹੋਇਆ, ਵਾਲਦਾ ਫੌਤ ਹੋਈ ਆ। ਮੇਰੇ 11 ਬੱਚੇ ਸੀਗੇ, 11 ਬੱਚਿਆਂ ਚੋਂ 3 ਬੱਚੇ ਹਯਾਤ ਆ। ਇੱਕ ਬੱਚੀ 3 ਬੱਚੇ, ਬਾਕੀ ਸਾਰੇ ਫੌਤ ਹੋਏ ਆ। ਉਹ ਤੇ ਜਦੋਂ ਤੁਸੀਂ ਇੱਧਰ ਆਏ ਉਦੋਂ ਕਿਵੇਂ ਸੀ ਮਾਹੌਲ? ਲਾਹੌਰ ਗਏ ਉਦੋਂ ਆ ਕੇ ਕਦੀ ਤੁਸੀਂ? ਤੇ ਉਦੋਂ ਕਿੰਨਾ ਕੁ ਆਬਾਦ ਸੀ? ਜਾਂ ਜਿਹੜੇ ਸ਼ਹਿਰ ਨੇ ਬੂਰੇ ਵਾਲਾ ਹੈ, ਆਰਫ ਵਾਲਾ, ਸਾਹੀਵਾਲ ਹੈ, ਆ ਜਿਹੜੇ ਸ਼ਹਿਰ ਨੇ, ਆ ਕਿਵੇਂ ਸੀ ਉਦੋਂ? ਇੱਥੇ ਕਿੰਨੀ ਕੁ ਰੌਣਕ ਸੀ? ਇਹ ਜੀ ਹੁਣ ਤਾਂ ਜਿਹੜਾ ਹੈਗਾ ਵਾ ਨਾ, ਉਸ ਵੇਲੇ ਹੁਣ ਤੇ ਸਾਡੇ ਤੇ ਗਦਰ ਪਿਆ ਹੋਇਆ ਵਾ। ਉਸ ਵੇਲੇ ਲਾਹੌਰ ਮੈਂ 2.25 ਰੁਪਈਆਂ 'ਚ ਲਾਹੌਰ ਗਿਆ ਹੋਇਆ। 2.25 ਰੁਪਏ ਕਿਰਾਇਆ ਲੱਗਦਾ ਸੀ ਆਉਣ ਜਾਣ ਦਾ। ਤੇ ਜੇ ਹੁਣ ਤੁਹਾਨੂੰ ਕਵੇ ਕੋਈ ਕਿ ਬਾਬਾ ਜੀ ਤੁਹਾਨੂੰ ਅਸੀਂ ਤੁਹਾਡੇ ਪਿੰਡ ਲੈ ਚੱਲਨੇ ਆ, ਇਨਸ਼ਾਅੱਲਾ, ਹਾਂ ਮੈਨੂੰ ਦਿਲ ਕਰਦਾ ਜਾਣ ਨੂੰ? ਇਨਸ਼ਾਅੱਲਾ ਜਗ੍ਹਾ ਦੇਖਣ ਨੂੰ ਤਾਂ ਕਿਹਦਾ ਨਹੀਂ ਦਿਲ ਕਰਦਾ। ਜੇ ਅਸੀਂ ਉਹ ਇੱਕ ਮੱਕੇ ਦੇ ਵਿੱਚ ਜਾ ਸਕਦੇ ਹਾਂ ਤੇ ਜੇ ਅਸੀਂ ਉਹਦੀ ਜਗ੍ਹਾ ਦੇਖ ਲਾਂਗੇ ਤੇ ਕੀ ਫਰਕ ਹੈ? ਜਿੱਥੇ ਆਪਦਾ ਬਚਪਨ ਗੁਜ਼ਾਰਿਆ ਹੈ, ਜਿਹੜੀ ਪੈਲੀਆਂ ਜਾਂਦੇ ਰਹੇ ਹੋ, ਜਿਹੜੇ ਘਰ ਦੇ ਵਿੱਚ ਰਹੇ ਹੋ, ਜਿੱਥੇ ਬਜ਼ੁਰਗ ਸੀ ਸਾਰੇ, ਉਹ ਸਾਰਾ ਅਜੇ ਵੀ ਚੇਤੇ ਆਉਂਦਾ? ਅਜੇ ਵੀ ਪਛਾਣ ਚੇਤੇ ਤੇ ਆਉਣਾ ਹੀ ਹੈ। ਜਿਹੜਾ ਹੈਗਾ ਵਾ ਜਿੱਥੇ ਜ਼ਿੰਦਗੀ ਭਾਵੇਂ 10 ਦਿਨ ਦੀ ਨਿਕਾਲ ਲਈਏ, ਉਹ ਤੇ ਬੜੀ ਦੇਰ ਤੱਕ ਚੇਤਾ ਆਉਂਦਾ। ਨਜ਼ੀਰ ਅਹਿਮਦ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਸਾਂ ਤੇ ਬਜ਼ੁਰਗ ਦੇਖ ਕੇ, ਅਜਿਹੇ ਬਜ਼ੁਰਗਾਂ ਨੂੰ ਦੇਖ ਕੇ ਬੜਾ ਦਿਲ ਰਾਜ਼ੀ ਹੁੰਦਾ ਹੈ, ਕਿਉਂ ਜੇ ਇਹਨਾਂ ਨੇ ਆਪਦੀ ਜ਼ਿੰਦਗੀ ਦਾ ਇੱਕ ਸਦੀ ਜੀ ਲਈ ਹੈ ਤੇ ਜ਼ਿੰਦਗੀ ਗੁਜ਼ਾਰਨੀ ਨਹੀਂ ਚਾਹੀਦੀ, ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੈ। ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਉਮੀਦ ਕਰਨੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਤੇ ਜੇ ਕੋਈ ਮਿੱਤਰ ਪਿਆਰੇ ਜਿੱਥੋਂ ਦਾ ਬਜ਼ੁਰਗਾਂ ਨੇ ਦੱਸਿਆ, ਕੀ ਨਾਮ ਦੱਸਿਆ ਪਿੰਡ ਦਾ? ਸ਼ੇਰਪੁਰ ਤੈਬਾ। ਹਾਂਜੀ। ਤੇ ਜੇ ਕੋਈ ਮਿੱਤਰ ਪਿਆਰਾ ਚੜ੍ਹਦੇ ਪੰਜਾਬ ਦੇ ਵਿੱਚ ਸ਼ੇਰਪੁਰ ਤੈਬਾ ਦਾ, ਉਹ ਬਜ਼ੁਰਗਾਂ ਨੂੰ ਜਾਂ ਇਹਨਾਂ ਦੇ ਅੱਗੇ ਬਜ਼ੁਰਗਾਂ ਨੂੰ ਕੋਈ ਜਾਣਦਾ ਹੈ, ਜਾਂ ਜਿਵੇਂ ਇਹਨਾਂ ਨੇ ਗੱਲਬਾਤ ਸੁਣਾਈ ਹੈ ਉਹਨਾਂ ਨੂੰ ਕੋਈ ਚਿੱਤ ਵਿੱਚ ਹੈ, ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰ ਸਕਦਾ, ਕਮੈਂਟ ਬਾਕਸ ਵਿੱਚ ਦੱਸ ਸਕਦਾ। ਕਿਉਂ ਜੇ ਬਹੁਤ ਸੇ ਅਜਿਹੇ ਬਜ਼ੁਰਗ ਨੇ ਜਿਹੜੇ ਆਪ ਦਾ ਘਰ ਵੇਖਣਾ ਚਾਹੁੰਦੇ ਨੇ। ਬਹੁਤ ਸਾਰੇ ਇੰਡੀਆ 'ਚੋਂ ਪਾਕਿਸਤਾਨ ਜਾਂਦੇ ਨੇ, ਬਹੁਤ ਸਾਰੇ ਪਾਕਿਸਤਾਨ 'ਚੋਂ ਵੀ ਇੰਡੀਆ 'ਚ ਆਪਣਾ ਘਰ, ਆਪਣੇ ਪਿਓ ਦਾਦੇ ਦਾ, ਜਿੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ, ਉਹ ਵੇਖਣਾ ਚਾਹੁੰਦੇ ਨੇ। ਸਾਡੇ ਨਾਲ ਜ਼ਰੂਰ ਰਾਬਤਾ ਕਰਿਆ ਜੀ। ਲਓ ਜੀ, ਇਹਦੇ ਨਾਲ ਹੀ ਫਿਰ ਮੁਕਾਈਏ ਪ੍ਰੋਗਰਾਮ ਨੂੰ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖਾ।